गुड मॉर्निंग स्टूडेंट्स। अज असी शुरू करांगे पाठ नंबर 5 दो कीड़ियां। सारिਆਂ ने अपनी किताब ਦਾ पेज नंबर 15 खोल लेना है ते मेरे नाल तुसीं सारिਆਂ ने अपनी किताब चों पाठ पढ़ना है। कुड़े अनीशा, क्यों पानी विच खेडां जियां करी जानी है? बीमार हो जाएंगी। गर्मी नहीं है अजे, जांदी ठंड है, आ जा इधर ठंडे पानी चों। अनीशा दी नानी ने पानी नाल खेड रही अपनी दोती नूं वरजिया। इस विच अनीशा ते उसदी नानी दे विचली गलबात दसी गई है। वो की कह रहे हैं उसदी नानी कि बेटा क्यों पानी विच खेडां जियां करी जानी है, बीमार हो जाएंगी, गर्मी नहीं है अजे। कि पानी च की खेडां करी जानी है, की खेलदी पई है पानी नाल कि बीमार हो जाएंगी, ठंड लग जाएगी, गर्मी नहीं आई है अजे। आ जा इधर ठंडे पानी चो, कि जांदी ठंड है, सर्दियों का मौसम हले भी हैगा, इस करके पानी च ठंडे पानी च ना खेड। अनीशा दी नानी ने पानी नाल खेड रही अपनी दोती नूं वरजिया। दोती की हुंदी है? नानी वास्ते जिहड़ी उन्हां दी बेटी दे बच्चे हुंदे ने वो दोता दोती कहाए जांदे ने, ते कुड़ी वास्ते दोती शब्द वरतिया जांदा है। दोती नूं वरजिया भाव उसनूं रोकिया। नानी जी, मैं खेडां नहीं कर रही, मैं तां विज्ञान दा इक प्रयोग करके देख रही हां। अनीशा ने गल पूरी नहीं सी कीती कि उसदे नानी जी ਉਹਦੇ ਕੋਲ ਆ ਖਲੋਤੇ ਤੇ ਬੋਲੇ। ਅੱਗੋਂ ਅਨੀਸ਼ਾ ਨੇ ਕੀ ਜਵਾਬ ਦਿੱਤਾ ਕਿ ਨਾਨੀ ਜੀ, ਮੈਂ ਕੋਈ ਖੇਡਾਂ ਨਹੀਂ ਖੇਡ ਰਹੀ, ਮੈਂ ਤਾਂ ਵਿਗਿਆਨ ਦਾ ਇੱਕ ਪ੍ਰਯੋਗ, ਕਿ ਮੈਂ ਤਾਂ ਸਾਇੰਸ ਦਾ ਇੱਕ ਐਕਸਪੈਰੀਮੈਂਟ ਕਰਕੇ ਦੇਖ ਰਹੀ ਹਾਂ। ਅਨੀਸ਼ਾ ਨੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਉਸਦੇ ਨਾਨੀ ਜੀ ਉਹਦੇ ਕੋਲ ਆ ਖਲੋਤੇ ਭਾਵ ਉਹਦੇ ਕੋਲ ਆ ਖੜੇ ਹੋਏ ਤੇ ਬੋਲੇ, ਕੀ ਕਰਦੀ ਐ? ਫਿਰ ਅਨੀਸ਼ਾ ਕੀ ਦੱਸਦੀ ਹੈ? ਅੱਜ ਸਾਡੇ ਮੈਡਮ ਨੇ ਦੱਸਿਆ ਕਿ ਜਿਹੜੀਆਂ ਚੀਜ਼ਾਂ ਸਾਨੂੰ ਖਾਲੀ ਜਾਪਦੀਆਂ ਨੇ, ਜਾਪਦੀਆਂ ਤੋਂ ਕੀ ਭਾਵ ਹੈ? ਦਿਖਦੀਆਂ ਨੇ, ਦਿਸਦੀਆਂ ਨੇ, ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ। ਕਿ ਜਿਹੜੀ ਚੀਜ਼ ਸਾਨੂੰ ਖਾਲੀ ਲੱਗਦੀ ਹੈ, ਐਮਟੀ ਲੱਗਦੀ ਹੈ, ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ। ਤੇ ਫਿਰ ਉਸਨੇ ਇੱਕ ਖਾਲੀ ਬੋਤਲ ਲੈ ਕੇ ਉਸ ਵਿੱਚ ਪਾਣੀ ਭਰਨ ਲਈ ਉਸਨੂੰ ਪਾਣੀ ਦੀ ਬਾਲਟੀ ਵਿੱਚ ਡੁਬੋਇਆ। ਤੇ ਉਸਨੇ ਫਿਰ ਕੀ ਕੀਤਾ ਕਿ ਉਸਨੇ ਖਾਲੀ ਬੋਤਲ ਨੂੰ, ਇੱਕ ਐਮਟੀ ਬੋਤਲ ਨੂੰ ਲੈ ਕੇ ਉਸ ਵਿੱਚ ਪਾਣੀ ਭਰਨ ਲਈ, ਉਸਨੂੰ ਫਿਲ ਕਰਨ ਲਈ ਇੱਕ ਪਾਣੀ ਦੀ ਬਾਲਟੀ ਵਿੱਚ, ਇੱਕ ਬਕਟ ਵਿੱਚ ਡੁਬੋ ਦਿੱਤਾ। ਗੁੜੋਂ ਗੁੜੋਂ ਦੀ ਆਵਾਜ਼ ਨਾਲ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਅਤੇ ਅਨੀਸ਼ਾ ਫਿਰ ਕਹਿਣ ਲੱਗੀ, ਜਦੋਂ ਉਸਨੇ ਪਾਣੀ ਦੀ ਬਾਲਟੀ ਵਿੱਚ ਉਸ ਖਾਲੀ ਬੋਤਲ ਨੂੰ ਭਰਨ ਲਈ ਡੁਬੋਇਆ ਸੀ ਤਾਂ ਉਸ ਸਮੇਂ ਕਿਹੜੀ ਆਵਾਜ਼ ਆਈ ਸੀ? ਗੁੜੂ ਦੀ, ਗੁੜ ਦੀ ਆਵਾਜ਼ ਆਈ ਸੀ। ਕਿ ਉਸ ਨਾਲ ਕੀ ਸਮਝ ਉਹਨੂੰ ਆ ਰਿਹਾ ਸੀ ਕਿ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਹੈ। ਤੇ ਅਨੀਸ਼ਾ ਨੇ ਫਿਰ ਕੀ ਕਿਹਾ? ਉਸਨੇ ਕਿਹਾ, ਦੇਖੋ ਨਾਨੀ ਜੀ, ਇਹ ਬੋਤਲ ਸਾਨੂੰ ਦੇਖਣ ਲਈ ਖਾਲੀ ਲੱਗਦੀ ਹੈ, ਪਰ ਆਹ ਦੇਖੋ ਬੁਲਬੁਲੇ ਨਿਕਲ ਰਹੇ ਨੇ ਹਵਾ ਦੇ। ਉਸਨੇ ਕੀ ਕਿਹਾ ਆਪਣੀ ਨਾਨੀ ਜੀ ਨੂੰ ਕਿ ਨਾਨੀ ਜੀ, ਇਹ ਬੋਤਲ ਸਾਨੂੰ ਦੇਖਣ ਲਈ ਤਾਂ ਖਾਲੀ ਲੱਗਦੀ ਹੈ, ਸਾਨੂੰ ਦਿਸ ਰਿਹਾ ਕਿ ਇਹ ਤਾਂ ਖਾਲੀ ਐਮਟੀ ਹੈ, ਪਰ ਆਹ ਦੇਖੋ ਬੁਲਬੁਲੇ, ਬਬਲਸ ਨਿਕਲਦੇ ਪਏ ਨੇ ਹਵਾ ਦੇ। ਫਿਰ ਨਾਨੀ ਜੀ ਕੀ ਕਹਿੰਦੇ ਨੇ? ਬਹੁਤ ਅੱਛਾ। ਨਾਨੀ ਨੇ ਗਹੁ ਨਾਲ ਆਪਣੀ 5ਵੀਂ ਵਿੱਚ ਪੜ੍ਹਦੀ ਦੋਤੀ ਵੱਲ ਦੇਖਿਆ। ਇਸੇ ਗਊ ਕੀ ਮਤਲਬ ਹੁੰਦਾ ਇੱਥੇ? ਹੈਰਾਨੀ ਨਾਲ, ਕਿ ਬੜੇ ਹੈਰਾਨੀ ਨਾਲ, ਬਹੁਤ ਅੱਛਾ। ਉਹ ਨਾਨੀ ਜੀ ਨੇ ਬੜੀ ਹੈਰਾਨੀ ਨਾਲ ਗਹੁ ਨਾਲ ਆਪਣੀ 5ਵੀਂ ਵਿੱਚ ਪੜ੍ਹਦੀ ਦੋਤੀ ਵੱਲ ਦੇਖਿਆ। ਹੁਣ ਸਾਨੂੰ ਇੱਥੇ ਪਤਾ ਲੱਗਿਆ ਕਿ ਜਿਹੜੀ ਅਨੀਸ਼ਾ ਹੈ ਉਹ ਕਿਹੜੀ ਜਮਾਤ 'ਚ ਪੜ੍ਹਦੀ ਹੈ? 5ਵੀਂ ਵਿੱਚ। ਨਾਨੀ ਜੀ ਕਿੱਥੇ ਗਏ? 8ਵੀਂ ਵਿੱਚ ਪੜ੍ਹਦੀ ਅਨੀਸ਼ਾ ਦਾ ਭਰਾ ਨਵੀਨ ਨਾਨੀ ਨੂੰ ਲੱਭ ਰਿਹਾ ਸੀ। ਜਿਹੜਾ ਇਹ ਕਿੱਥੇ ਹੁਣ ਇੱਕ ਨਵਾਂ ਪਾਤਰ ਆਇਆ ਇਸ ਕਹਾਣੀ ਵਿੱਚ, ਨਵੀਨ, ਜੋ ਕਿ ਅਨੀਸ਼ਾ ਦਾ ਭਰਾ ਹੈਗਾ। ਉਹ ਕਿਹੜੀ ਜਮਾਤ 'ਚ ਪੜ੍ਹਦਾ? 8ਵੀਂ 'ਚ। ਉਹ ਵੀ ਨਾਨੀ ਜੀ ਕਰਦਾ ਹੋਇਆ ਆਪਣੀ ਨਾਨੀ ਨੂੰ ਲੱਭ ਰਿਹਾ ਹੁੰਦਾ, ਸਰਚ ਕਰ ਰਿਹਾ ਹੁੰਦਾ। ਫਿਰ ਨਾਨੀ ਜੀ ਕੀ ਕਹਿੰਦੇ ਨੇ? ਆ ਜਾ ਪੁੱਤਰ, ਇੱਧਰ ਆ, ਕਿ ਆ ਜਾ ਬੇਟਾ, ਇੱਧਰ ਆ। ਮੈਂ ਨਵੀਨ ਦੇ ਹੱਥ ਵਿੱਚ ਕਾਪੀ ਤੇ ਪੈਨ ਸੀ। ਇਹ ਨਵੀਨ ਹੈਗਾ, ਇਹ ਅਨੀਸ਼ਾ ਹੈ ਤੇ ਉਹਨਾਂ ਦੀ ਨਾਨੀ ਜੀ ਨੇ। ਨਵੀਨ ਦੇ ਹੱਥ ਵਿੱਚ ਕਾਪੀ ਤੇ ਪੈਨ ਸੀ। ਨਾਨੀ ਸਮਝ ਗਈ ਕਿ ਨਵੀਨ ਨੇ ਕੁਝ ਪੁੱਛਣਾ ਹੈ। ਨਵੀਨ ਹੋਰਾਂ ਦੀ
ਨਾਨੀ ਸੇਵਾ ਮੁਕਤ ਸਕੂਲ ਅਧਿਆਪਿਕਾ ਹੈ। ਸੇਵਾ ਮੁਕਤ ਭਾਵ ਰਿਟਾਇਰਡ, ਕਿ ਉਹ ਰਿਟਾਇਰਡ ਸਕੂਲ ਟੀਚਰ ਨੇ। ਆਪਣੀ ਇਕਲੌਤੀ ਬੇਟੀ ਦੇ ਬੱਚਿਆਂ ਦਾ ਉਹ ਬਹੁਤ ਧਿਆਨ ਰੱਖਦੀ ਹੈ। ਉਹਨਾਂ ਦੀ ਇੱਕੋ ਇੱਕ ਬੇਟੀ ਹੈ, ਇਕਲੌਤੀ ਮਤਲਬ ਓਨਲੀ ਵਨ ਸਿੰਗਲ ਗਰਲ ਚਾਈਲਡ ਹੈ ਉਹਨਾਂ ਦੇ, ਅਤੇ ਉਹ ਉਹਨਾਂ ਦੇ ਬੱਚਿਆਂ ਦਾ, ਆਪਣੇ ਦੋਤੇ ਦੋਤੀਆਂ ਦਾ ਬਹੁਤ ਧਿਆਨ ਰੱਖਦੇ ਨੇ। ਫਿਰ ਨਾਨੀ ਨੇ ਪੁੱਛਿਆ, ਹਾਂ ਬੇਟੇ ਦੱਸ ਕੀ ਪੁੱਛਣਾ। ਫਿਰ ਉਹ ਨਵੀਨ ਕੀ ਕਹਿੰਦਾ ਹੈ, ਨਾਨੀ ਜੀ ਸਾਡੇ ਸਕੂਲ ਵਿੱਚ ਭਾਸ਼ਣ ਮੁਕਾਬਲਾ ਹੋਣਾ ਹੈ। ਨਵੀਨ ਨੇ ਕਿਹਾ ਕਿ ਨਾਨੀ ਜੀ ਸਾਡੇ ਸਕੂਲ ਵਿੱਚ ਡਿਬੇਟ ਕੰਪੀਟੀਸ਼ਨ ਹੋਣਾ ਹੈ। ਅੱਛਾ ਬੋਲਣ ਦਾ ਵਿਸ਼ਾ ਕਿਹੜਾ ਹੈ? ਨਾਨੀ ਜੀ ਨੇ ਪੁੱਛਿਆ ਕਿ ਅੱਛਾ ਬੋਲਣ ਦਾ ਵਿਸ਼ਾ ਕਿਹੜਾ ਹੈ। ਵਿਸ਼ਾ ਮਤਲਬ ਟੌਪਿਕ ਕੀ ਹੈ, ਕਿ ਕਿਸ ਬਾਰੇ ਤੁਸੀਂ ਬੋਲਣਾ ਹੈਗਾ। ਨਵੀਨ ਨੇ ਦੱਸਿਆ, ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ। ਵਿਸ਼ਾ ਕੀ ਸੀ? ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ, ਕਿ ਬੁਰੀ ਆਦਤਾਂ ਨੂੰ, ਬੁਰੇ ਗੁਣਾਂ ਨੂੰ ਦੂਰ ਕਰਕੇ ਚੰਗੇ ਗੁਣ ਕਿਵੇਂ ਗ੍ਰਹਿਣ ਕਰੀਏ। ਗ੍ਰਹਿਣ ਮਤਲਬ ਧਾਰਨ ਕਰੀਏ। ਵਿਸ਼ਾ ਸੁਣ ਕੇ ਨਾਨੀ ਜੀ ਥੋੜੀ ਦੇਰ ਲਈ ਗੰਭੀਰ ਹੋ ਗਏ ਤੇ ਫਿਰ ਬੋਲੇ, ਇਸ ਸੰਬੰਧ ਵਿੱਚ ਮੈਂ ਤੁਹਾਨੂੰ 2 ਕੀੜੀਆਂ ਦੀ ਇੱਕ ਕਹਾਣੀ ਸੁਣਾਉਂਦੀ ਹਾਂ। ਨਾਨੀ ਜੀ ਕੀ ਬੋਲੇ ਕਿ ਉਹ ਵਿਸ਼ਾ ਸੁਣ ਕੇ ਥੋੜੀ ਦੇਰ ਲਈ ਗੰਭੀਰ ਹੋ ਗਏ, ਥੋੜੇ ਜਿਹੇ ਸੀਰੀਅਸ ਹੋ ਗਏ, ਤੇ ਫਿਰ ਬੋਲੇ ਕਿ ਇਸ ਸੰਬੰਧ ਵਿੱਚ, ਕਿ ਇਸ ਨਾਲ ਰਿਲੇਟਡ ਮੈਂ ਤੁਹਾਨੂੰ 2 ਕੀੜੀਆਂ ਦੀ ਇੱਕ ਕਹਾਣੀ ਸੁਣਾਉਂਦੀ ਹਾਂ। ਕਿ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਂਦੀ ਹਾਂ, ਉਸ ਦਾ ਕੀ ਨਾਂ ਹੈ 2 ਕੀੜੀਆਂ, ਜੋ ਕਿ ਅੱਜ ਅਸੀਂ ਪੜ੍ਹ ਰਹੇ ਹਾਂ। ਤੇ ਉਹ ਸੁਣਾਉਂਦੇ ਨੇ, ਇੱਕ ਕੀੜੀ ਸੀ ਮਿੱਠੋ, ਮਿੱਠੇ ਤੇ ਸੁਗੜ ਗੁਣਾਂ ਵਾਲੀ। ਇਸ ਵਿੱਚ ਇੱਕ ਕੀੜੀ ਸੀ, ਉਹਦਾ ਨਾਂ ਸੀ ਮਿੱਠੋ। ਉਹ ਕੌਣ ਸੀ? ਮਿੱਠੇ ਸੁਭਾਅ ਦੀ ਸੀ, ਚੰਗੇ ਸੁਭਾਅ ਦੀ ਸੀ, ਅਤੇ ਸੁਗੜ ਗੁਣਾਂ ਵਾਲੀ ਭਾਵ ਬਹੁਤ ਸਿਆਣੀ ਸੀ ਅਤੇ ਬਹੁਤ ਚੰਗੇ ਗੁਣਾਂ ਵਾਲੀ ਸੀ। ਉਹ ਮਿਸ਼ਰੀ ਦੇ ਪਹਾੜ ਉੱਤੇ ਰਹਿੰਦੀ ਸੀ। ਉਹ ਕਿੱਥੇ ਰਹਿੰਦੀ ਸੀ? ਇੱਕ ਮਿਸ਼ਰੀ ਦੇ ਪਹਾੜ ਉੱਤੇ। ਦੂਜੀ ਕੀੜੀ ਸੀ ਸਲੂਣੋ। ਦੂਜੀ ਕੀੜੀ ਦਾ ਕੀ ਨਾਂ ਸੀ? ਸਲੂਣੋ। ਉਹ ਕਿੱਥੇ ਰਹਿੰਦੀ ਸੀ? ਲੂਣ ਦੇ ਪਹਾੜ ਉੱਤੇ। ਜਿਹੜੀ ਮਿੱਠੋ ਸੀ ਉਹ ਮਿਸ਼ਰੀ ਦੇ ਪਹਾੜ 'ਤੇ ਰਹਿੰਦੀ ਸੀ, ਅਤੇ ਜਿਹੜੀ ਸਲੂਣੋ ਸੀ ਉਹ ਲੂਣ ਦੇ ਪਹਾੜ ਉੱਤੇ ਰਹਿੰਦੀ ਸੀ। ਦੋਵੇਂ ਪਹਾੜ ਨਾਲ ਨਾਲ ਸਨ, ਨੇੜੇ ਨੇੜੇ ਸਨ, ਨੀਅਰ ਬਾਏ ਸਨ। ਇੱਕ ਦਿਨ ਦੋਵੇਂ ਕੀੜੀਆਂ ਆਪੋ ਆਪਣੇ ਪਹਾੜ ਦੇ ਸਿਖਰ ਉੱਤੇ ਘੁੰਮ ਫਿਰ ਰਹੀਆਂ ਸਨ। ਇੱਕ ਦਿਨ ਦੋਵੇਂ ਕੀੜੀਆਂ ਆਪੋ ਆਪਣੇ ਪਹਾੜ ਦੇ ਸਿਖਰ ਉੱਤੇ ਮਤਲਬ ਟੌਪ ਉੱਤੇ, ਸਭ ਤੋਂ ਉਚਾਈ 'ਤੇ ਘੁੰਮ ਫਿਰ ਰਹੀਆਂ ਸਨ। ਭੈਣ ਸਲੂਣੋ ਕੀ ਹਾਲ ਹੈ ਤੇਰਾ? ਮਿੱਠੋ ਨੇ ਮਿੱਠੀ ਜ਼ੁਬਾਨ ਨਾਲ ਪੁੱਛਿਆ। ਉਹਨੇ ਬੜੇ ਪਿਆਰ ਨਾਲ ਪੁੱਛਿਆ ਕਿ ਭੈਣ ਸਲੂਣੋ ਕੀ ਹਾਲ ਹੈ ਤੇਰਾ? ਫਿਰ ਸਲੂਣੋ ਕੀ ਕਹਿੰਦੀ ਹੈ, ਭੈਣ ਮਿੱਠੋ ਹਾਲ ਕਾਹਦਾ, ਸਾਰਾ ਦਿਨ ਖਾਰਾ ਸਲੂਣਾ। ਉਹ ਕਹਿੰਦੀ ਹੈ ਕਿ ਹਾਲ ਕਾਹਦਾ, ਕੀ ਦੱਸਾਂ ਤੈਨੂੰ ਮੈਂ ਆਪਣਾ ਹਾਲ, ਕਿ ਮੇਰਾ ਤਾਂ ਸਾਰਾ ਦਿਨ ਖਾਰਾ, ਸਲੂਣਾ ਭਾਵ ਦੁਖੀ ਤੇ ਬੇਕਾਰ ਜਾ ਗਿਆ। ਫਿਰ ਉਹ ਕਹਿੰਦੀ ਹੈ, ਮਿੱਠੋ ਕਹਿੰਦੀ ਹੈ, ਭੈਣ ਸਲੂਣੋ ਤੂੰ ਇੰਜ ਕਰ, ਕੁਝ ਦਿਨ ਮੇਰੇ ਪਹਾੜ ਉੱਤੇ ਆ ਕੇ ਰਹਿ। ਉਹ ਕਹਿੰਦੀ ਹੈ ਕਿ ਸਲੂਣੋ ਕਿ ਤੂੰ ਕੁਝ ਦਿਨ ਮੇਰੇ ਪਹਾੜ ਉੱਤੇ ਮੇਰੇ ਘਰ ਵੱਲ ਆ ਕੇ ਰਹਿ। ਮਿੱਠੀ ਮਿੱਠੀ ਮਿਸ਼ਰੀ ਖਾ ਤੇ ਆਨੰਦ ਲੈ, ਕਿ ਤੂੰ ਸਵਾਦ ਮਿੱਠੀ ਮਿੱਠੀ ਮਿਸ਼ਰੀ ਖਾ ਤੇ ਆਨੰਦ ਲੈ, ਮੌਜਾਂ ਕਰ। ਜਿੰਨਾ ਚਿਰ ਤੇਰਾ ਜੀ ਕਰੇ ਰਹਿ, ਭਾਵੇਂ ਸਾਰੀ ਉਮਰ ਵੀ। ਇੱਕ ਦਿਨ ਮਿੱਠੋ ਨੇ ਕਿਹਾ, ਮਿੱਠੋ ਨੇ ਇੱਕ ਦਿਨ ਕੀ ਕਿਹਾ ਕਿ ਤੂੰ ਇੱਦਾਂ ਕਰ, ਕੁਝ ਦਿਨ ਮੇਰੇ ਘਰ ਆ ਕੇ, ਮੇਰੇ ਪਹਾੜ ਉੱਤੇ ਆ ਕੇ ਰਹਿ, ਮਿੱਠੀ ਮਿੱਠੀ ਮਿਸ਼ਰੀ ਖਾ ਤੇ ਆਨੰਦ ਲੈ, ਮੌਜਾਂ ਲੈ। ਜਿੰਨਾ ਚਿਰ ਤੇਰਾ ਜੀ ਕਰੇ ਰਹਿ, ਕਿ ਜਿੰਨਾ ਚਿਰ ਤੇਰਾ ਦਿਲ ਕਰਦਾ, ਜਿੰਨੀ ਦੇਰ ਤੂੰ ਰਹਿਣਾ ਚਾਹੁੰਦੀ ਹੈ ਰਹਿ, ਭਾਵੇਂ ਉਮਰ ਭਰ ਵੀ ਰਹਿ। ਚੰਗਾ ਭੈਣੇ, ਆਵਾਂਗੇ ਕਿਸੇ ਦਿਨ ਵੇਲ ਕੱਢ ਕੇ, ਸਲੂਣੋ ਨੇ ਜਵਾਬ ਦਿੱਤਾ। ਸਲੂਣੋ ਨੇ ਕੀ ਕਿਹਾ ਮਿੱਠੋ ਨੂੰ ਕਿ ਚੰਗਾ ਭੈਣੇ, ਠੀਕ ਹੈ, ਆਵਾਂਗੀ ਕਿਸੇ ਦਿਨ ਵੇਲ ਕੱਢ ਕੇ, ਫ੍ਰੀ ਟਾਈਮ ਕੱਢ ਕੇ। ਫਿਰ ਗਈ ਸਲੂਣੋ ਮਿਸ਼ਰੀ ਦੇ ਪਹਾੜ ਉੱਤੇ। ਨਵੀਨ ਨੇ ਪੁੱਛਿਆ, ਨਵੀਨ ਕੀ ਕਹਿੰਦਾ ਹੈ ਕਿ ਫਿਰ ਗਈ ਸਲੂਣੋ ਮਿਸ਼ਰੀ ਦੇ ਪਹਾੜ ਉੱਤੇ। ਲੂਣ ਛੱਡ ਕੇ ਮਿਸ਼ਰੀ ਮਿਲੇ ਖਾਣ ਨੂੰ, ਹੋਰ ਕੀ ਚਾਹੀਦਾ? ਉਹ ਤਾਂ ਭੱਜੀ ਗਈ ਹੋਊ, ਜਿਵੇਂ ਆਪਾਂ ਚਾਕਲੇਟ ਦੇਖ ਕੇ ਭੱਜਦੇ ਆ, ਹੈ ਨਾ ਨਾਨੀ ਜੀ? ਅਨੀਸ਼ਾ ਵੀ ਬੋਲ ਪਈ।
ਨਵੀਨ ਦੇ ਸਵਾਲ ਤੋਂ ਬਾਅਦ ਹੀ ਇੱਕਦਮ ਅਨੀਸ਼ਾ ਕੀ ਬੋਲੀ ਕਿ ਲੂਣ ਛੱਡ ਕੇ ਮਿਸ਼ਰੀ ਮਿਲੇ ਖਾਣ ਨੂੰ ਤਾਂ ਹੋਰ ਕੀ ਚਾਹੀਦਾ ਹੈ, ਕਿ ਲੂਣ ਦਾ ਕੋਈ ਨਾ ਕੋਈ ਸਵਾਦ, ਮਿੱਠਾ ਸਵਾਦ ਆਉਂਦਾ, ਜਿਸ ਉਹਨੂੰ ਲੂਣ ਨੂੰ ਛੱਡ ਕੇ ਸਾਨੂੰ ਮਿਸ਼ਰੀ ਮਿਲ ਰਹੀ ਹੈ, ਸਵਾਦ ਚੀਜ਼ ਮਿਲ ਰਹੀ ਹੈ, ਤਾਂ ਹੋਰ ਕੀ ਚਾਹੀਦਾ ਹੈ। ਇਸ ਤਰ੍ਹਾਂ ਤਾਂ ਸਲੂਣੋਂ ਭੱਜੀ ਗਈ ਹੋਊਗੀ ਉਸਦੇ ਘਰ, ਜਿਵੇਂ ਆਪਾਂ ਚਾਕਲੇਟ ਦੇਖ ਕੇ ਭੱਜਦੇ ਆ, ਹੈ ਨਾ ਨਾਨੀ ਜੀ। ਜਿਵੇਂ ਤੁਸੀਂ ਸਾਰੇ ਬੱਚੇ ਜਦੋਂ ਤੁਹਾਨੂੰ ਚਾਕਲੇਟ ਮਿਲਦੀ ਹੈ ਨਾ, ਤੁਹਾਨੂੰ ਤੁਸੀਂ ਕਿੰਨਾ ਖੁਸ਼ ਹੁੰਦੇ ਹੋ ਦੇਖ ਕੇ, ਕਿੰਨਾ ਭੱਜਦੇ ਹੋ ਕਿ ਪੇਰੈਂਟਸ ਜਾਂ ਕੋਈ ਤੁਹਾਨੂੰ ਟੀਚਰ, ਕੋਈ ਵੱਡਾ ਤੁਹਾਨੂੰ ਚਾਕਲੇਟ ਦਿੰਦੇ ਪਏ ਨੇ। ਫਿਰ ਨਾਨੀ ਜੀ ਕੀ ਕਹਿੰਦੇ ਨੇ, ਧਿਆਨ ਨਾਲ ਸੁਣੋ ਬੇਟੇ, ਇਸ ਦੀ ਰਮਜ ਡੂੰਘੀ ਹੈ। ਉਹਨਾਂ ਨੇ ਦੋਹਾਂ ਨੂੰ ਕਿਹਾ ਕਿ ਬੇਟਾ ਮੇਰੀ ਗੱਲ ਧਿਆਨ ਨਾਲ ਸੁਣੋ, ਕਹਾਣੀ ਨੂੰ ਧਿਆਨ ਨਾਲ ਸੁਣੋ, ਇਸ ਦੀ ਰਮਜ ਡੂੰਘੀ ਹੈ। ਕਿ ਇਸ ਕਹਾਣੀ ਦੀ ਜਿਹੜੀ ਸੋਚ ਹੈਗੀ ਹੈ, ਜਿਹੜਾ ਇਸ਼ਾਰਾ ਹੈ, ਉਹ ਕੀ ਹੈ, ਬਹੁਤ ਡੂੰਘਾ ਹੈ, ਗਹਿਰਾ ਹੈ। ਜਿਹੜੀ ਸਮਝ ਹੈ, ਜਿਹੜਾ ਇਹਦਾ ਉਦੇਸ਼ ਹੈ, ਉਹ ਗਹਿਰਾ ਹੈ। ਧਿਆਨ ਨਾਲ ਸੁਣੋ। ਆਮ ਬਾਤਾਂ ਵਰਗੀ ਨਹੀਂ ਹੈਗੀ, ਕਿ ਆਮ ਕਹਾਣੀਆਂ ਵਰਗੀ, ਆਮ ਗੱਲਾਂ ਵਰਗੀ ਨਹੀਂ ਹੈ। ਇਸ ਕਹਾਣੀ ਵਿੱਚ ਲੂਣ ਨੂੰ ਤੁਸੀਂ ਸਮਝ ਲਓ ਜਿਵੇਂ ਔਗੁਣ ਹੋਣ, ਅਤੇ ਮਿਸ਼ਰੀ ਨੂੰ ਸਮਝ ਲਓ ਗੁਣ, ਚੰਗੇ ਗੁਣ। ਠੀਕ ਹੈ ਨਾ। ਉਹਨਾਂ ਨੇ ਕੀ ਕਿਹਾ ਕਿ ਬੱਚੇ ਇਹ ਕਹਾਣੀ ਨੂੰ ਧਿਆਨ ਨਾਲ ਸੁਣੋ, ਇਸ ਦੀ ਜਿਹੜੀ ਸੋਚ ਹੈ, ਇਸ ਦਾ ਜਿਹੜਾ ਉਦੇਸ਼ ਆ, ਉਹ ਡੂੰਘਾ ਹੈ, ਗਹਿਰਾ ਹੈ। ਇਸ ਕਹਾਣੀ ਵਿੱਚ ਤੁਸੀਂ ਲੂਣ ਨੂੰ ਕੀ ਸਪੋਜ਼ ਕਰੋਗੇ, ਕੀ ਇਹਨੂੰ ਐਗਜ਼ਾਮਪਲ ਲੈ ਕੇ ਚੱਲੋਗੇ। ਲੂਣ ਕੀ ਹੈ, ਔਗੁਣ, ਬੁਰੇ ਗੁਣ, ਬੁਰੀ ਆਦਤਾਂ, ਤੇ ਮਿਸ਼ਰੀ ਨੂੰ ਸਮਝ ਲਓ ਗੁਣ, ਚੰਗੇ ਗੁਣ, ਚੰਗੀ ਆਦਤਾਂ। ਠੀਕ ਹੈ ਨਾ। ਫਿਰ ਦੋਨੋਂ ਬੱਚੇ ਕੀ ਬੋਲੇ, ਹਾਂ ਨਾਨੀ ਜੀ। ਨਵੀਨ ਤੇ ਅਨੀਸ਼ਾ ਇਕੱਠੇ ਬੋਲੇ। ਸਲਾਹ ਕਰਦਿਆਂ ਸਲੂਣੋ ਨੇ ਕਈ ਦਿਨ ਲੰਘਾ ਦਿੱਤੇ, ਕਿ ਸਲਾਹ ਕਰਦੇ, ਡਿਸਾਈਡ ਕਰਦੇ ਹੀ ਸਲੂਣੋ ਨੇ ਕਈ ਦਿਨ ਲੰਘਾ ਦਿੱਤੇ। ਕਈ ਦਿਨ ਬੀਤ ਗਏ, ਉਹ ਹਲੇ ਸਲਾਹ ਹੀ ਕਰ ਰਹੀ ਸੀ। ਜਿਵੇਂ ਮਾੜੀ ਆਦਤ ਛੱਡਣ ਦੀ ਲੋਕ ਆਲਸ ਕਰ ਛੱਡਦੇ ਨੇ, ਉਵੇਂ ਹੀ ਜਿਵੇਂ ਸਾਨੂੰ ਕੋਈ ਬੁਰੀ ਆਦਤ ਹੁੰਦੀ ਹੈ, ਜਿਵੇਂ ਅੱਜ ਕੱਲ੍ਹ ਸਾਨੂੰ ਆਦਤ ਪੈ ਗਈ ਹੋਏਗੀ ਕਿ ਲੇਟ ਉੱਠਣਾ ਹੈ ਨਾ, ਜਾਂ ਸਵੇਰੇ ਸਵੇਰੇ ਫਟਾਫਟ ਨਹਾ ਧੋ ਕੇ ਤਿਆਰ ਹੋ ਕੇ ਨਹੀਂ ਬਹਿਣਾ, ਇਹ ਮਾੜੀ ਆਦਤਾਂ ਨੇ। ਜੋ ਸਕੂਲ ਜਾਂਦੇ ਸੀ ਤੁਸੀਂ ਸਾਰੇ ਤਿਆਰ ਹੋ ਕੇ ਆਉਂਦੇ ਸੀ, ਸੋਹਣੇ ਸੋਹਣੇ ਬਣ ਕੇ ਆਉਂਦੇ ਸੀ, ਹੈ ਨਾ, ਟਾਈਮ ਨਾਲ ਉੱਠਦੇ ਸੀ। ਇਸੇ ਤਰ੍ਹਾਂ ਜਿਵੇਂ ਮਾੜੀ ਆਦਤ ਛੱਡਣ ਦੀ ਲੋਕ ਆਲਸ ਕਰ ਛੱਡਦੇ ਨੇ, ਉਵੇਂ ਹੀ ਇੱਕ ਦਿਨ ਉਸਨੇ ਸਲਾਹ ਬਣਾ ਹੀ ਲਈ ਮਿਸ਼ਰੀ ਦੇ ਪਹਾੜ ਉੱਤੇ ਜਾਣ ਦੀ। ਇੱਕ ਦਿਨ ਉਸਨੇ ਸਲਾਹ ਬਣਾ ਹੀ ਲਈ ਕਿ ਹਾਂ ਹੁਣ ਤਾਂ ਮੈਂ ਜਾਵਾਂਗੀ। ਪਰ ਨਾਲ ਹੀ ਉਸਨੇ ਸੋਚਿਆ, ਮਿੱਠੂ ਦੇ ਪਹਾੜ ਦਾ ਤੇ ਮੇਰੇ ਪਹਾੜ ਦਾ ਤਾਂ ਰੰਗ ਇੱਕੋ ਜਿਹਾ ਹੀ ਲੱਗਦਾ ਹੈ, ਕਿ ਦੇਖਣ 'ਚ ਤਾਂ ਉਹਨਾਂ ਦਾ ਰੰਗ ਇੱਕੋ ਵਰਗਾ ਹੀ ਹੈ, ਸਿਮਿਲਰ ਹੀ ਹੈ। ਸੋਚ ਕੇ ਉਹਨੇ ਲੂਣ ਦੀ ਇੱਕ ਵੱਡੀ ਡਲੀ ਆਪਣੇ ਮੂੰਹ ਵਿੱਚੋਂ ਰੱਖ ਲਈ ਤੇ ਮਨ ਹੀ ਮਨ ਕਿਹਾ, ਜੇ ਮਿੱਠੂ ਕੋਲ ਕੁਝ ਨਾ ਹੋਇਆ, ਘੱਟੋ ਘੱਟ ਮੇਰੇ ਕੋਲ ਆਪਣਾ ਲੂਣ ਤਾਂ ਹੋ। ਉਹਨੇ ਕੀ ਸੋਚਿਆ ਕਿ ਮੈਂ ਇੱਕ ਲੂਣ ਦੀ ਵੱਡੀ ਡਲੀ ਕੀ ਹੁੰਦਾ, ਇੱਕ ਵੱਡਾ ਪੀਸ ਆਪਣੇ ਮੂੰਹ ਵਿੱਚ ਰੱਖ ਲੈਂਦੀ ਹਾਂ। ਅਤੇ ਉਹ ਮਨ ਹੀ ਮਨ ਸੋਚਦੀ ਹੈ, ਆਪਣੇ ਆਪ ਨੂੰ ਕਹਿੰਦੀ ਹੈ ਕਿ ਜੇ ਮਿੱਠੂ ਕੋਲ ਕੁਝ ਨਾ ਹੋਇਆ, ਜੇ ਉਸ ਕੋਲ ਕੁਝ ਨਾ ਹੋਇਆ, ਮੈਨੂੰ ਉੱਥੇ ਮਜ਼ਾ ਨਾ ਆਇਆ, ਤਾਂ ਘੱਟੋ ਘੱਟ ਮੇਰੇ ਕੋਲ ਆਪਣਾ ਲੂਣ ਤਾਂ ਹੋ, ਕਿ ਮੇਰੇ ਕੋਲ ਆਪਣੀ ਚੀਜ਼ ਤਾਂ ਹੋਊਗੀ ਖਾਣ ਨੂੰ। ਚਲੋ ਜੀ, ਆਖਰ ਸਲੂਣੋ ਮਿੱਠੂ ਦੇ ਪਹਾੜ ਉੱਤੇ ਪਹੁੰਚ ਹੀ ਗਈ। ਇੱਕ ਦਿਨ ਸੋਚ ਵਿਚਾਰ ਕਰਨ ਤੋਂ ਬਾਅਦ ਮਿੱਠੂ ਦੇ ਪਹਾੜ 'ਤੇ ਜਿਹੜੀ ਸਲੂਣੋ ਸੀ ਉਹ ਪਹੁੰਚ ਗਈ ਸੀ। ਮਿੱਠੂ ਉਸ ਨੂੰ ਸਾਰਾ ਪਹਾੜ ਘੁਮਾਉਂਦੀ ਫਿਰੀ, ਉਸ ਨੂੰ ਸਾਰਾ ਘੁਮਾਉਂਦੀ ਪਈ ਸੀ, ਸਾਰਾ ਦਿਖਾਉਂਦੀ ਪਈ ਸੀ। ਤਰ੍ਹਾਂ ਤਰ੍ਹਾਂ ਦੀ ਮਿਸ਼ਰੀ ਦੇ ਡਲੀਆਂ ਕੋਲ ਲਿਜਾ ਕੇ ਸਿਫਤਾਂ ਕਰਦੀ ਰਹੀ। ਜਿਵੇਂ ਸਾਡੇ ਘਰ ਕੋਈ ਆਉਂਦਾ ਜਾਂ ਅਸੀਂ ਕਿਸੇ ਨੂੰ ਕਿਤੇ ਘੁਮਾਉਣ ਲੈ ਕੇ ਜਾਂਦੇ ਹਾਂ, ਤਾਂ ਅਸੀਂ ਉਹਨੂੰ ਚੰਗੀ ਤਰ੍ਹਾਂ ਥਾਂ ਘੁਮਾਉਂਦੇ ਹਾਂ, ਸਥਾਨ ਘੁਮਾਉਂਦੇ ਹਾਂ, ਫਿਰ ਉਹਦੀ ਚੰਗੀ ਚੀਜ਼ਾਂ ਬਾਰੇ ਦੱਸਦੇ ਹਾਂ, ਤਾਰੀਫਾਂ ਕਰਦੇ ਹਾਂ। ਸਾਰਾ ਪਹਾੜ ਘੁਮਾ ਕੇ ਸਲੂਣੋ ਵਾਪਸ ਆ ਗਈ, ਕਿ ਉਹ ਸਾਰਾ ਉਸਦਾ ਜਿਹੜਾ ਪਹਾੜ ਸੀ ਮਿਸ਼ਰੀ ਵਾਲਾ, ਉਹ ਘੁਮਾ ਕੇ ਸਲੂਣੋ ਵਾਪਿਸ ਆ ਗਈ। ਕਿੱਥੇ ਆਈ ਵਾਪਸ? ਆਪਣੇ ਪਹਾੜ ਉੱਤੇ। ਕਿ ਆਪਣੇ ਪਹਾੜ ਉੱਤੇ ਪਹੁੰਚ ਕੇ ਆਖਣ ਲੱਗੀ, ਇੰਨਾ ਲੰਮਾ ਚੌੜਾ ਪਹਾੜ ਘੁੰਮਦੀ ਫਿਰੀ ਪਾਗਲਾਂ ਵਾਂਗੂ, ਕਿ ਮੈਂ ਤਾਂ ਐਵੇਂ ਇੰਨੀ ਲੰਬੀ ਚੌੜੀ ਯਾਤਰਾ ਕਰ ਲਈ, ਐਵੇਂ ਘੁੰਮਦੀ ਰਹੀ ਉੱਥੇ ਪਾਗਲਾਂ ਵਾਂਗ। ਮਿਸ਼ਰੀ ਕਿਹੜੀ ਮਿਲੀ ਉੱਥੇ? ਸਲੂਣੋ ਅੱਕੀ ਪਈ ਸੀ। ਉਹ ਕਹਿੰਦੀ ਹੈ ਕਿ ਮੈਂ ਤਾਂ ਐਵੇਂ ਪਾਗਲਾਂ ਵਾਂਗ ਘੁੰਮਦੀ ਰਹੀ, ਮੈਨੂੰ ਉੱਥੇ ਕਿਹੜੀ ਮਿਸ਼ਰੀ ਮਿਲੀ, ਮੈਨੂੰ ਕਿਹੜਾ ਸਵਾਦ ਆਇਆ। ਸਲੂਣੋ ਅੱਕੀ ਪਈ ਸੀ, ਭਾਵ ਤੰਗ ਆਈ ਪਈ ਸੀ। ਫਿਰ ਨਾਨੀ ਜੀ ਕੀ ਕਹਿੰਦੇ ਨੇ, ਹਾਂ ਬੇਟੇ ਨਵੀਨ ਦੱਸੋ, ਸਲੂਣੋ ਨੂੰ ਮਿਸ਼ਰੀ ਦਾ ਸਵਾਦ ਕਿਉਂ ਨਹੀਂ ਆਇਆ? ਨਾਨੀ ਜੀ ਨਵੀਨ ਨੂੰ ਪੁੱਛਦੇ ਨੇ, ਆਪਣੇ ਦੋਤੇ ਨੂੰ ਪੁੱਛਦੇ ਨੇ ਕਿ ਦੱਸੋ ਬੇਟਾ, ਸਲੂਣੋ ਨੂੰ ਮਿਸ਼ਰੀ ਦਾ ਸਵਾਦ ਕਿਉਂ ਨਹੀਂ ਆਇਆ?
ਫਿਰ ਨਵੀਨ ਕੀ ਬੋਲਦਾ ਹੈ ਕਿ ਕਿਉਂਕਿ ਸਲੂਣੋ ਨੇ ਆਪਣੇ ਮੂੰਹ ਵਿੱਚ ਲੂਣ ਦੀ ਵੱਡੀ ਡਲੀ ਰੱਖੀ ਹੋਈ ਸੀ। ਹੁਣ ਜੇ ਪਹਿਲਾਂ ਹੀ ਉਸਨੇ ਮੂੰਹ 'ਚ ਲੂਣ ਰੱਖਿਆ ਹੋਇਆ ਤਾਂ ਉਸਨੂੰ ਮਿਸ਼ਰੀ ਦਾ ਸਵਾਦ ਕਿੱਦਾਂ ਆਏਗਾ, ਹੈ ਨਾ। ਫਿਰ ਨਾਨੀ ਜੀ ਕਹਿੰਦੇ ਨੇ ਬਿਲਕੁਲ ਠੀਕ। ਸਾਰੇ ਰਾਹ ਉਹਦੇ ਮੂੰਹ ਵਿੱਚ ਉਹੀ ਲੂਣ ਦੀ ਡਲੀ ਖੁਰਦੀ ਰਹੀ ਕਿ ਜਿੰਨੀ ਦੇਰ ਉੱਥੇ ਘੁੰਮਦੀ ਰਹੀ ਉਹਦੇ ਮੂੰਹ 'ਚ ਕੀ ਸੀ, ਲੂਣ ਦੀ ਡਲੀ ਖੁਰਦੀ ਰਹੀ, ਮੈਲਟ ਹੁੰਦੀ ਰਹੀ। ਮਿਸ਼ਰੀ ਦਾ ਸਵਾਦ ਉਹ ਤਾਂ ਹੀ ਚੱਖ ਸਕਦੀ ਸੀ ਜੇ ਉਹ ਲੂਣ ਦੀ ਡਲੀ ਮੂੰਹ ਵਿੱਚੋਂ ਕੱਢਦੀ। ਕਿ ਮਿਸ਼ਰੀ ਦਾ ਸਵਾਦ, ਮਿਸ਼ਰੀ ਦਾ ਟੇਸਟ ਉਦੋਂ ਹੀ ਚੱਖ ਸਕਦੀ ਸੀ, ਮਤਲਬ ਟੇਸਟ ਕਰ ਸਕਦੀ ਸੀ ਕਿ ਜੇ ਉਸਦੀ ਮੂੰਹ ਵਿੱਚੋਂ ਲੂਣ ਦੀ ਡਲੀ ਉਸਨੇ ਕੱਢ ਦਿੱਤੀ ਹੁੰਦੀ। ਆ ਜਿਵੇਂ ਅਨੀਸ਼ਾ ਪ੍ਰਯੋਗ ਕਰਦੀ ਸੀ, ਕਿ ਜਿਵੇਂ ਅਨੀਸ਼ਾ ਪ੍ਰਯੋਗ ਕਰ ਰਹੀ ਸੀ ਤਾਂ ਹੀ ਉਸਨੂੰ ਪਤਾ ਲੱਗਿਆ ਨਾ ਕਿ ਐਕਸਪੈਰੀਮੈਂਟ ਦਾ ਰਿਜ਼ਲਟ ਕੀ ਹੁੰਦਾ। ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੂਗੀ ਤਾਂ ਹੀ ਪਾਣੀ ਅੰਦਰ ਭਰਿਆ ਜਾਊ। ਉਹਨਾਂ ਨੇ ਕਿਹਾ ਕਿ ਜੇ ਅਨੀਸ਼ਾ ਐਕਸਪੈਰੀਮੈਂਟ ਕਰ ਰਹੀ ਸੀ ਉਸਨੂੰ ਤਾਂ ਹੀ ਪਤਾ ਲੱਗਿਆ ਨਾ ਕਿ ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੇਗੀ ਤਾਂ ਹੀ ਪਾਣੀ ਉਸਦੇ ਅੰਦਰ ਜਾਊਗਾ, ਤਾਂ ਹੀ ਪਾਣੀ ਭਰਿਆ ਜਾਊਗਾ। ਜੇ ਔਗੁਣ ਦੂਰ ਹੋਣਗੇ ਤਾਂ ਹੀ ਉਹਨਾਂ ਦੀ ਥਾਵੇਂ ਗੁਣ ਗ੍ਰਹਿਣ ਕੀਤੇ ਜਾ ਸਕਣਗੇ। ਕਿ ਜੇ ਸਾਡੀ ਬੁਰੀ ਆਦਤਾਂ ਦੂਰ ਹੋਣਗੀਆਂ ਤਾਂ ਹੀ ਅਸੀਂ ਉਹਨਾਂ ਦੀ ਥਾਂ ਚੰਗੇ ਗੁਣ, ਚੰਗੀ ਆਦਤਾਂ ਗ੍ਰਹਿਣ ਕਰ ਸਕਾਂਗੇ। ਠੀਕ ਹੈ ਨਾ। ਨਾਨੀ ਜੀ ਨੇ ਫਿਰ ਪੁੱਛਿਆ, ਨਾਨੀ ਜੀ ਨੇ ਬੱਚੇ ਨੂੰ ਪੁੱਛਿਆ ਕਿ ਜੇ ਅਸੀਂ ਔਗੁਣ ਦੂਰ ਕਰਾਂਗੇ, ਬੁਰੀ ਆਦਤਾਂ ਦੂਰ ਕਰਾਂਗੇ ਤਾਂ ਹੀ ਉਹਨਾਂ ਦੀ ਥਾਂ ਅਸੀਂ ਚੰਗੇ ਗੁਣ, ਚੰਗੀ ਆਦਤਾਂ ਗ੍ਰਹਿਣ ਕਰ ਸਕਦੇ ਹਾਂ। ਫਿਰ ਬੱਚਿਆਂ ਨੇ ਕੀ ਕਿਹਾ, ਬਿਲਕੁਲ ਠੀਕ, ਪਰ ਨਾਨੀ ਜੀ ਸਭ ਤੋਂ ਜ਼ਰੂਰੀ ਗੱਲ ਹੈ ਵਿਸ਼ਵਾਸ, ਗੁਣਵਾਨ ਬੰਦੇ ਉੱਤੇ ਵਿਸ਼ਵਾਸ। ਬੱਚਿਆਂ ਨੇ ਕੀ ਕਿਹਾ, ਨਵੀਨ ਨੇ ਕੀ ਕਿਹਾ ਕਿ ਬਿਲਕੁਲ ਠੀਕ ਹੈ ਨਾਨੀ ਜੀ, ਪਰ ਨਾਨੀ ਜੀ ਸਭ ਤੋਂ ਜ਼ਰੂਰੀ ਗੱਲ ਹੈ ਵਿਸ਼ਵਾਸ, ਗੁਣਵਾਨ ਬੰਦੇ ਉੱਤੇ ਵਿਸ਼ਵਾਸ। ਕਿ ਜਿਹੜਾ ਬੰਦਾ ਗੁਣਵਾਨ ਹੁੰਦਾ, ਜਿਹੜਾ ਬੰਦਾ ਚੰਗਾ ਹੁੰਦਾ ਉਸ 'ਤੇ ਸਾਨੂੰ ਵਿਸ਼ਵਾਸ ਵੀ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਦੇਖਿਆ ਕਿ ਜਿਹੜੀ ਸਲੂਣੋ ਸੀ ਉਸਨੇ ਮਿੱਠੋ 'ਤੇ ਵਿਸ਼ਵਾਸ ਨਹੀਂ ਕੀਤਾ ਸੀ। ਜੇ ਸਲੂਣੋ ਕੀੜੀ ਮਿੱਠੋ 'ਤੇ ਵਿਸ਼ਵਾਸ ਕਰਦੀ ਤਾਂ ਲੂਣ ਦੀ ਡਲੀ ਮੂੰਹ ਵਿੱਚ ਲਿਜਾਂਦੀ ਹੀ ਕਿਉਂ। ਕਿ ਉਸਨੂੰ ਉਸ 'ਤੇ ਭਰੋਸਾ ਰੱਖਣਾ ਚਾਹੀਦਾ ਸੀ ਕਿ ਜੇ ਮਿੱਠੋ ਮੈਨੂੰ ਬੁਲਾਉਂਦੀ ਪਈ ਹੈ ਤਾਂ ਕੁਝ ਵਧੀਆ ਹੀ ਹੋਊਗਾ। ਨਵੀਨ ਨੇ ਹੋਰ ਨੁਕਤਾ ਸਪਸ਼ਟ ਕੀਤਾ ਕਿ ਉਹਨੇ ਇੱਕ ਹੋਰ ਜਿਹੜੀ ਸਿੱਖਿਆ ਹੈ, ਆਪਣੀ ਗੱਲ ਹੈ, ਇੱਕ ਨੁਕਤਾ ਉਹ ਸਪਸ਼ਟ ਕੀਤੀ। ਫਿਰ ਅੱਗੇ ਕੀ ਹੋਇਆ ਕਿ ਕਈ ਵਾਰ ਸਾਡੇ ਨਾਲ ਵੀ ਇਉਂ ਹੀ ਹੁੰਦਾ, ਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਕਿ ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ ਚੰਗੇ ਗੁਣ ਗ੍ਰਹਿਣ ਕਰਨ ਲਈ, ਪਰ ਵਿਸ਼ਵਾਸ ਦੀ ਘਾਟ ਕਰਕੇ ਸਾਡੇ ਆਪਣੇ ਹੀ ਔਗੁਣਾਂ ਦਾ ਲੂਣ ਸਾਡੀ ਜੀਭ 'ਤੇ ਖੁਰਦਾ ਰਹਿੰਦਾ ਹੈ ਅਤੇ ਅਸੀਂ ਚੰਗੇ ਗੁਣਾਂ ਦੀ ਮਿਠਾਸ ਤੋਂ ਵਾਂਝੇ ਰਹਿ ਜਾਂਦੇ ਹਾਂ। ਨਾਨੀ ਜੀ ਨੇ ਕਿਹਾ, ਨਾਨੀ ਜੀ ਨੇ ਕੀ ਕਿਹਾ ਅੱਗੇ ਬੱਚਿਆਂ ਨੂੰ ਕਿ ਕਈ ਵਾਰ ਸਾਡੇ ਨਾਲ ਵੀ ਇਉਂ ਹੀ ਹੁੰਦਾ, ਇਸੇ ਤਰ੍ਹਾਂ ਹੀ ਹੁੰਦਾ ਕਿ ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ ਤਾਂ ਕਿ ਅਸੀਂ ਚੰਗੇ ਗੁਣ ਗ੍ਰਹਿਣ ਕਰ ਸਕੀਏ, ਪਰ ਵਿਸ਼ਵਾਸ ਦੀ ਘਾਟ ਕਰਕੇ ਜੇ ਅਸੀਂ ਉਹਨਾਂ 'ਤੇ ਵਿਸ਼ਵਾਸ ਨਾ ਕਰੀਏ ਤਾਂ ਉਸ ਦੀ ਘਾਟ ਕਰਕੇ ਸਾਡੇ ਆਪਣੇ ਹੀ ਔਗੁਣਾਂ ਦਾ ਲੂਣ ਜੀਭ 'ਤੇ ਖੁਰਦਾ ਰਹਿੰਦਾ, ਕਿ ਉਸੇ ਔਗੁਣਾਂ ਦਾ ਅਸਰ ਸਾਨੂੰ ਮਿਲਦਾ ਰਹਿੰਦਾ ਅਤੇ ਅਸੀਂ ਚੰਗੇ ਗੁਣਾਂ ਦੀ ਮਿਠਾਸ ਤੋਂ ਵਾਂਝੇ, ਮਤਲਬ ਖਾਲੀ ਰਹਿ ਜਾਂਦੇ ਹਾਂ, ਸਖਣੇ ਮਤਲਬ ਵਾਂਝੇ ਰਹਿ ਜਾਂਦੇ ਹਾਂ ਕਿ ਸਾਨੂੰ ਉਹ ਚੀਜ਼ ਨਹੀਂ ਮਿਲ ਪਾਉਂਦੀ। ਫਿਰ ਬੱਚੇ ਕੀ ਕਹਿੰਦੇ ਨੇ, ਸ਼ੁਕਰੀਆ ਨਾਨੀ ਜੀ, ਹੁਣ ਮੈਂ ਇਸ ਨੂੰ ਲਿਖ ਲਵਾਂ ਫਿਰ ਸੁਣਾਵਾਂਗਾ ਤੁਹਾਨੂੰ। ਆਖ ਕੇ ਨਵੀਨ ਆਪਣੀ ਪੜ੍ਹਨ ਵਾਲੀ ਮੇਜ਼ ਉੱਤੇ ਜਾ ਬੈਠਿਆ। ਫਿਰ ਨਵੀਨ ਨੇ ਕੀ ਕਿਹਾ ਕਿ ਸ਼ੁਕਰੀਆ ਨਾਨੀ ਜੀ, ਥੈਂਕ ਯੂ ਨਾਨੀ ਜੀ, ਹੁਣ ਮੈਂ ਇਸ ਨੂੰ ਲਿਖ ਲਵਾਂ ਕਿ ਜਿਹੜੀ ਤੁਸੀਂ ਸਿੱਖਿਆ ਦਿੱਤੀ ਹੈ, ਕਹਾਣੀ ਮੈਨੂੰ ਸੁਣਾਈ ਹੈ, ਉਸ ਹਿਸਾਬ ਨਾਲ ਮੈਂ ਜਿਹੜਾ ਆਪਣਾ ਮੈਟਰ ਬੋਲਣਾ ਹੈ ਉਸ ਨੂੰ ਮੈਂ ਲਿਖ ਲਵਾਂ ਫਿਰ ਸੁਣਾਵਾਂਗਾ ਤੁਹਾਨੂੰ। ਇੱਕ ਵਾਰੀ ਮੈਂ ਲਿਖ ਲਵਾਂ ਫਿਰ ਤੁਹਾਨੂੰ ਸੁਣਾਵਾਂਗਾ। ਆਖ ਕੇ ਨਵੀਨ ਆਪਣੀ ਪੜ੍ਹਨ ਵਾਲੀ ਮੇਜ਼ ਕੀ ਇਹ ਬੋਲ ਕੇ ਨਵੀਨ ਆਪਣੀ ਸਟੱਡੀ ਟੇਬਲ ਉੱਤੇ ਜਾ ਬੈਠਿਆ। ਨਾਨੀ ਜੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੇ ਕਿਉਂਕਿ ਨਵੀਨ ਹੋਰਾਂ ਦੇ ਮੰਮੀ ਪਾਪਾ ਦਫ਼ਤਰ ਤੋਂ ਆਉਣ ਵਾਲੇ ਸਨ। ਕਿ ਉਸ ਤੋਂ ਬਾਅਦ ਕਹਾਣੀ ਸੁਣਾਉਣ ਤੋਂ ਬਾਅਦ ਨਾਨੀ ਜੀ ਕੀ ਕਰਨ ਲੱਗ ਗਏ, ਉਹ ਚਾਹ ਬਣਾਉਣ ਲੱਗ ਗਏ ਕਿਉਂਕਿ ਨਵੀਨ ਹੋਰਾਂ ਦੇ ਮੰਮੀ ਪਾਪਾ, ਕਿ ਨਵੀਨ ਅਤੇ ਅਨੀਸ਼ਾ ਦੇ ਮੰਮੀ ਪਾਪਾ ਦਫ਼ਤਰ ਤੋਂ ਆਉਣ ਵਾਲੇ ਸਨ, ਉਹਨਾਂ ਦਾ ਆਉਣ ਦਾ ਟਾਈਮ ਹੋ ਰਿਹਾ ਸੀ ਅਤੇ ਅਨੀਸ਼ਾ ਮੇਨ ਗੇਟ ਉੱਤੇ ਖੜ੍ਹ ਕੇ ਆਪਣੇ ਮੰਮੀ ਪਾਪਾ ਦਾ ਇੰਤਜ਼ਾਰ ਕਰ ਰਹੀ ਸੀ, ਆਪਣੇ ਮੰਮੀ ਪਾਪਾ ਦਾ ਵੇਟ ਕਰ ਰਹੀ ਸੀ। ਠੀਕ ਹੈ ਬੱਚੇ, ਇਸ ਵੀਡੀਓ ਨੂੰ ਤੁਸੀਂ ਇੱਕ ਵਾਰ ਹੋਰ ਧਿਆਨ ਨਾਲ ਦੇਖਣਾ ਹੈ, ਆਪਣੀ ਬੁੱਕ ਨੂੰ ਸਾਹਮਣੇ ਰੱਖ ਕੇ ਉਸਨੂੰ ਰੀਡ ਕਰਨਾ ਹੈ। ਠੀਕ ਹੈ, ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਲੈਸਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।